मैं ਅੱਖਾਂ ਵਿੱਚ ਹੈਰਾਨੀ ਨਾਲ ਭੈਣ ਦੀ ਗੱਲ ਸੁਣ ਰਹੀ ਸੀ, ਜੋ ਹੁਣ ਮੇਰੇ ਸਾਹਮਣੇ ਉਹ ਸੱਚ ਉਜਾਗਰ ਕਰ ਰਹੀ ਸੀ ਜਿਸਨੇ ਉਸ ਨੂੰ ਸਾਰੇ ਪਿੰਡ ਵਿੱਚ ਬਦਨਾਮ ਕਰ ਦਿੱਤਾ ਸੀ। ਮੇਰੇ ਬਚਪਨ ਵਿੱਚ ਹੀ ਮੇਰੇ ਮਾਤਾ-ਪਿਤਾ ਦੀ ਮੌਤ ਹੋ ਗਈ ਅਤੇ ਮੈਂ ਆਪਣਾ ਬਚਪਨ ਆਪਣੀ ਵੱਡੀ ਭੈਣ ਦੇ ਘਰ ਹੀ ਬਿਤਾਇਆ ਸੀ। ਮੇਰੀ ਭੈਣ ਤੇ ਜੀਜਾ ਦੋਵੇਂ ਕਾਲੇ ਰੰਗ ਦੇ ਸਨ ਅਤੇ ਇਸੇ ਤਰ੍ਹਾਂ ਉਹਨਾਂ ਦੇ ਸਾਰੇ ਬੱਚੇ ਵੀ ਕਾਲੇ ਰੰਗ ਦੇ ਸਨ। ਪਰ ਫਿਰ ਉਹਨਾਂ ਦੀ ਇੱਕ ਧੀ ਹੋਈ ਜੋ ਆਪਣੀਆਂ ਭੈਣ ਭਰਾਵਾਂ ਨਾਲੋਂ ਵੱਖਰੀ ਸੀ। ਉਹ ਦੁੱਧ ਵਰਗੀ ਚਿੱਟੀ ਲੱਗ ਰਹੀ ਸੀ, ਜੋ ਸਾਰੇ ਪਰਿਵਾਰ ਨਾਲੋਂ ਵੱਖਰੀ ਸੀ। ਸਾਰੇ ਪਿੰਡ ਵਾਲਿਆਂ ਨੇ ਵੀ ਮਜ਼ਾਕ ਉਡਾਇਆ ਸੀ ਕਿ ਸ਼ਾਇਦ ਮੇਰੀ ਭੈਣ ਤੇ ਜੀਜਾ ਜੀ ਪਿੰਡ ਦੇ ਵੱਡੇ ਮਹਿਲ ਵਿੱਚ ਕੰਮ ਕਰਦੇ ਹਨ, ਉੱਥੋਂ ਹੀ ਕਿਸੇ ਦੀ ਧੀ ਨੂੰ ਚੁੱਕ ਲਿਆ ਹੋਵੇਗਾ। ਮੇਰੀ ਭੈਣ ਤੇ ਜੀਜਾ ਜੀ ਨੇ ਸਾਰੀ ਉਮਰ ਇਸ ਗੱਲ ਦਾ ਕੋਈ ਜਵਾਬ ਨਹੀਂ ਦਿੱਤਾ ਸੀ ਅਤੇ ਉਹ ਹਮੇਸ਼ਾ ਕਹਿੰਦੇ ਸੀ ਕਿ ਇਹ ਸਾਡੀ ਇਕਲੌਤੀ ਧੀ ਹੈ। ਪਰ ਉਹ ਇਸ ਕੁੜੀ ਨੂੰ ਆਪਣੇ ਬਾਕੀ ਬੱਚਿਆਂ ਨਾਲੋਂ ਵੱਧ ਪਿਆਰ ਕਰਦੇ ਸੀ। ਉਸਦੇ ਕੱਪੜੇ ਵੀ ਦੂਜੇ ਬੱਚਿਆਂ ਨਾਲੋਂ ਚੰਗੇ ਹੁੰਦੇ ਸਨ। ਮੇਰੀ ਭੈਣ ਉਸ ਤੋਂ ਉਸ ਤਰ੍ਹਾਂ ਦਾ ਕੰਮ ਨਹੀਂ ਕਰਵਾਉਂਦੀ ਸੀ ਜਿਸ ਤਰ੍ਹਾਂ ਦਾ ਅਸੀਂ ਸਾਰੇ ਕਰਦੇ ਸੀ। ਮੈਂ ਅਕਸਰ ਸੋਚਦੀ ਸੀ ਕਿ ਇਸ ਕੁੜੀ ਵਿੱਚ ਅਜਿਹਾ ਕੀ ਹੈ ਜੋ ਮੇਰੀ ਭੈਣ ਇਸ ਦਾ ਇੰਨਾ ਧਿਆਨ ਰੱਖਦੀ ਹੈ। ਜੇ ਉਹ ਬੱਚੀ ਮਿੱਟੀ ਵਿੱਚ ਵੀ ਖੇਡਦੀ ਸੀ ਤਾਂ ਮੇਰੀ ਭੈਣ ਝੱਟ ਉਸ ਨੂੰ ਆਪਣੀ ਗੋਦੀ ਵਿੱਚ ਚੁੱਕ ਲੈਂਦੀ ਸੀ ਅਤੇ ਸਾਰਾ ਦਿਨ ਉਸ ਨੂੰ ਹੇਠਾਂ ਨਹੀਂ ਉਤਾਰਦੀ ਸੀ। ਮੇਰੀ ਭੈਣ ਅਕਸਰ ਆਪਣੀ ਧੀ ਨੂੰ ਹਵੇਲੀ ਵੀ ਲੈ ਜਾਂਦੀ ਸੀ, ਜਦੋਂ ਕਿ ਹੋਰ ਬੱਚਿਆਂ ਨੂੰ ਉੱਥੇ ਆਉਣ ਜਾਣ ਦੀ ਇਜਾਜ਼ਤ ਨਹੀਂ ਸੀ। ਹੌਲੀ ਹੌਲੀ ਉਹ ਕੁੜੀ ਵੀ ਵੱਡੀ ਹੋ ਗਈ ਤੇ ਮੈਂ ਵਿਆਹ ਕਰਵਾ ਕੇ ਸਹੁਰੇ ਘਰ ਚਲੀ ਗਈ। ਇੱਕ ਵਾਰ ਮੈਂ ਬਹੁਤ ਅਜੀਬ ਚੀਜ਼ ਦੇਖੀ ਕਿ ਮੇਰੀ ਭੈਣ ਬਿਨਾਂ ਕਿਸੇ ਕਾਰਨ ਇਸ ਤਰ੍ਹਾਂ ਰੋ ਰਹੀ ਸੀ ਜਿਵੇਂ ਉਸਦਾ ਕੋਈ ਆਪਣਾ ਮਰ ਗਿਆ ਹੋਵੇ। ਮੈਂ ਲੱਖ ਵਾਰ ਪੁੱਛਿਆ ਪਰ ਉਸਨੇ ਮੈਨੂੰ ਕੁਝ ਨਹੀਂ ਦੱਸਿਆ। ਉਸਦੇ ਰੋਣ ਨੇ ਮੇਰੇ ਮਨ ਵਿੱਚ ਕਈ ਸਵਾਲ ਖੜੇ ਕਰ ਦਿੱਤੇ। ਇਸ ਦੌਰਾਨ ਮੈਂ ਇੱਕ ਗੱਲ ਹੋਰ ਨੋਟ ਕੀਤੀ ਕਿ ਮੇਰੀ ਭੈਣ ਆਪਣੀ ਧੀ ਤੋਂ ਕੁਝ ਨਾਰਾਜ਼ ਰਹਿਣ ਲੱਗ ਪਈ ਸੀ। ਕੁਝ ਦਿਨ ਹੋਰ ਲੰਘੇ ਤੇ ਇੱਕ ਦਿਨ ਪਿੰਡ ਵਿੱਚ ਹੰਗਾਮਾ ਹੋ ਗਿਆ। ਮੈਨੂੰ ਪਤਾ ਲੱਗ ਗਿਆ ਕਿ ਮੇਰੀ ਭੈਣ ਦੀ ਧੀ ਘਰੋਂ ਭੱਜ ਗਈ ਹੈ। ਹਰ ਕੋਈ ਕਹਿ ਰਿਹਾ ਸੀ ਕਿ ਉਹਨਾਂ ਨੇ ਅੱਜ ਤੱਕ ਇਸ ਬੱਚੀ ਨੂੰ ਮਾਣ ਨਾਲ ਪਾਲਿਆ ਸੀ, ਉਹੀ ਅੱਜ ਮੂੰਹ ਕਾਲਾ ਕਰਕੇ ਭੱਜ ਗਈ। ਜਿਵੇਂ ਹੀ ਇਹ ਖਬਰ ਮੇਰੇ ਕੰਨਾਂ ਤੱਕ ਪਹੁੰਚੀ, ਮੈਂ ਭੱਜ ਕੇ ਆਪਣੀ ਭੈਣ ਦੇ ਘਰ ਆ ਗਈ, ਜਿੱਥੇ ਉਹ ਮਿੰਦੋ ਨੂੰ ਯਾਦ ਕਰਕੇ ਲਗਾਤਾਰ ਰੋ ਰਹੀ ਸੀ। ਉਸ ਕੁੜੀ ਦਾ ਨਾਂ ਮਿੰਦੋ ਸੀ। ਜੀਜਾ ਸ਼ਰਮ ਨਾਲ ਸਿਰ ਝੁਕਾ ਕੇ ਖੜਾ ਸੀ। ਪਰ ਮੈਂ ਇੱਕ ਗੱਲ ਨੋਟ ਕੀਤੀ, ਮੇਰੀ ਭੈਣ ਤੇ ਜੀਜਾ ਜੀ ਦੋਵਾਂ ਦੇ ਚਿਹਰੇ ਫਿੱਕੇ ਪੈ ਗਏ ਸਨ, ਜਿਵੇਂ ਕਿ ਕੋਈ ਅਜੀਬ ਜਿਹੀ ਗੱਲ ਹੋਵੇ ਅਤੇ ਉਹ ਉਸ ਨੂੰ ਛੁਪਾਉਣ ਦੀ ਕੋਸ਼ਿਸ਼ ਕਰ ਰਹੇ ਹੋਣ। ਦੋਵੇਂ ਅੱਖਾਂ ਹੀ ਅੱਖਾਂ ਵਿੱਚ ਇੱਕ ਦੂਜੇ ਨਾਲ ਗੱਲ ਕਰ ਰਹੇ ਸਨ ਅਤੇ ਇਸ ਹਰਕਤ ਨੇ ਮੈਨੂੰ ਪਰੇਸ਼ਾਨ ਕਰ ਦਿੱਤਾ। ਮੈਂ ਉਸੇ ਰਾਤ ਪੁੱਛਣ ਦੇ ਇਰਾਦੇ ਨਾਲ ਸਾਰਾ ਦਿਨ ਲੋਕਾਂ ਨੂੰ ਆਉਂਦੇ ਜਾਂਦੇ ਦੇਖਦੀ ਰਹੀ ਅਤੇ ਫਿਰ ਜਿਵੇਂ ਹੀ ਸ਼ਾਮ ਢਲਣ ਲੱਗੀ ਅਤੇ ਜਿਵੇਂ ਹੀ ਮੈਂ ਉਹਨਾਂ ਨੂੰ ਪੁੱਛਣ ਲੱਗੀ ਤਾਂ ਮੇਰਾ ਪਤੀ ਮੈਨੂੰ ਲੈਣ ਆ ਗਿਆ। ਮੇਰੀ ਸੱਸ ਦੀ ਤਬੀਅਤ ਠੀਕ ਨਹੀਂ ਸੀ, ਇਸ ਕਰਕੇ ਉਹਨਾਂ ਨੂੰ ਹਸਪਤਾਲ ਲੈ ਜਾਣਾ ਪਿਆ। ਫਿਰ ਮੈਂ ਇਹ ਕਹਿ ਕੇ ਉੱਥੋਂ ਚਲੀ ਆਈ ਕਿ ਮੈਂ 1-2 ਦਿਨਾਂ ਵਿੱਚ ਵਾਪਸ ਆਵਾਂਗੀ ਅਤੇ ਫਿਰ ਇਸ ਬਾਰੇ ਗੱਲ ਕਰਾਂਗੀ। ਪਰ ਸਬਬ ਨਾਲ ਅਜਿਹਾ ਹੋਇਆ ਕਿ ਅਗਲੇ ਦਿਨ ਹੀ ਮੇਰੀ ਸੱਸ ਦਾ ਦੇਹਾਂਤ ਹੋ ਗਿਆ ਅਤੇ ਉਹਨਾਂ ਦੀਆਂ ਅੰਤਿਮ ਰਸਮਾਂ ਅਤੇ ਹੋਰ ਰਸਮਾਂ ਨੂੰ 10-12 ਦਿਨ ਲੱਗ ਗਏ। ਮੇਰੀ ਮਾਂ ਵਰਗੀ ਸੱਸ ਦਾ ਇਹ ਵਿਛੋੜਾ ਮੇਰੇ ਲਈ ਬਹੁਤ ਦੁਖਦਾਈ ਸੀ ਅਤੇ ਉਸਦੇ ਜਾਣ ਤੋਂ ਬਾਅਦ ਮੇਰੇ ਮੋਢਿਆਂ ਤੇ ਅਜਿਹੀਆਂ ਜ਼ਿੰਮੇਵਾਰੀਆਂ ਆ ਗਈਆਂ ਕਿ ਮੈਂ ਆਪਣੀ ਭੈਣ ਬਾਰੇ ਸਭ ਕੁਝ ਭੁੱਲ ਗਈ ਸੀ ਅਤੇ ਮੈਂ ਉਸ ਤੋਂ ਕੁਝ ਨਹੀਂ ਪੁੱਛ ਸਕਦੀ ਸੀ। ਮੇਰੀ ਭੈਣ ਇੰਨੇ ਦਿਨੇ ਕਿਸੇ ਮੁਸੀਬਤ ਵਿੱਚ ਸੀ ਅਤੇ ਮੇਰਾ ਜੀਜਾ ਵੀ ਹੁਣ ਬਹੁਤ ਸ਼ਾਂਤ ਰਹਿਣ ਲੱਗ ਪਿਆ ਸੀ ਅਤੇ ਉਹ ਦੋਵੇਂ ਹੁਣ ਸਿਰਫ ਰਾਤ ਨੂੰ ਹੀ ਬਾਹਰ ਨਿਕਲਦੇ ਸੀ। ਮੇਰੇ ਮਨ ਵਿੱਚ ਇੱਕ ਵਾਰ ਫਿਰ ਸ਼ੱਕ ਪੈਦਾ ਹੋ ਗਿਆ ਸੀ। ਮੈਨੂੰ ਲੱਗਾ ਕਿ ਸ਼ਾਇਦ ਮੇਰੀ ਭੈਣ ਕੁਝ ਗਲਤ ਕਰ ਰਹੀ ਹੈ ਜਾਂ ਹੋ ਸਕਦਾ ਹੈ ਕਿ ਉਹਨਾਂ ਨਾਲ ਕੁਝ ਗਲਤ ਹੋ ਰਿਹਾ ਹੈ। ਜਿਵੇਂ ਜਿਵੇਂ ਦਿਨ ਬੀਤਦੇ ਗਏ ਮੇਰਾ ਸ਼ੱਕ ਵੱਧਦਾ ਹੀ ਗਿਆ ਅਤੇ ਫਿਰ ਇੱਕ ਦਿਨ ਮਿੰਦੋ ਵਾਪਸ ਆ ਗਈ। ਪਰ ਉਹ ਇਕੱਲੀ ਨਹੀਂ ਸੀ, ਉਸਦੇ ਨਾਲ ਜੋ ਮੁੰਡਾ ਸੀ, ਅਸੀਂ ਸਾਰੇ ਉਸ ਨੂੰ ਦੇਖ ਕੇ ਦੰਗ ਰਹਿ ਗਏ। ਇਹ ਸਾਡੇ ਪਿੰਡ ਦੇ ਵੱਡੇ ਮਹਿਲ ਦੇ ਛੋਟੇ ਮਾਲਕ ਸਨ, ਜਿਸ ਤੇ ਪਿੰਡ ਦੀਆਂ ਸਾਰੀਆਂ ਕੁੜੀਆਂ ਮਰਦੀਆਂ ਸਨ। ਉਸ ਨੂੰ ਦੇਖ ਕੇ ਇਸ ਪਿੰਡ ਦੀਆਂ ਕੁੜੀਆਂ ਰੁਕ ਜਾਂਦੀਆਂ ਸਨ। ਉਹ ਬਹੁਤ ਸੋਹਣਾ ਸੀ, ਲੰਬਾ ਅਤੇ ਗੋਰਾ ਚਿੱਟਾ ਰੰਗ। ਉਹ ਸਾਰੀਆਂ ਕੁੜੀਆਂ ਦੇ ਦਿਲਾਂ ਦੀ ਧੜਕਣ ਸੀ। ਪਰ ਇੱਕ ਗੱਲ ਜੋ ਸਾਡੇ ਸਾਰਿਆਂ ਲਈ ਹੈਰਾਨੀ ਵਾਲੀ ਸੀ ਕਿ ਛੋਟੇ ਮਾਲਕ ਨੇ ਇਸ ਤਰ੍ਹਾਂ ਭੱਜ ਕੇ ਵਿਆਹ ਕਿਉਂ ਕੀਤਾ। ਉਹ ਇੰਨੇ ਵੱਡੇ ਘਰਾਣੇ ਨਾਲ ਸੰਬੰਧ ਰੱਖਦੇ ਸਨ ਕਿ ਜੇ ਕਿਸੇ ਨੂੰ ਇੱਕ ਵਾਰ ਵੀ ਪੁੱਛ ਲੈਂਦੇ ਤਾਂ ਉਹ ਤੁਰੰਤ ਆਪਣੀ ਧੀ ਉਸ ਨੂੰ ਦੇ ਦਿੰਦੇ। ਮਿੰਦੋ ਨੂੰ ਛੋਟੇ ਮਾਲਕ ਨਾਲ ਦੇਖ ਕੇ ਦੀਦੀ ਨੇ ਉੱਚੀ ਉੱਚੀ ਚੀਕਣਾ ਸ਼ੁਰੂ ਕਰ ਦਿੱਤਾ, ਮਿੰਦੋ ਤੂੰ ਇਹ ਕੀ ਕੀਤਾ? ਕੀ ਤੈਨੂੰ ਸਾਰੀ ਦੁਨੀਆ ਵਿੱਚ ਇਹੀ ਮਿਲਿਆ ਸੀ? ਦੀਦੀ ਜੋ ਮਿੰਦੋ ਨੂੰ ਪਹਿਲਾਂ ਦੇਖ ਕੇ ਥੋੜੀ ਖੁਸ਼ ਹੋਈ, ਛੋਟੇ ਮਾਲਕ ਨੂੰ ਦੇਖ ਕੇ ਉਹ ਹੁਣ ਆਪਣੀ ਹਾਲਤ ਤੇ ਕਾਬੂ ਨਹੀਂ ਪਾ ਰਹੀ ਸੀ
ਅਤੇ ਦੀਦੀ ਉਵੇਂ ਹੀ ਰੋਂਦੀ ਹੋਈ ਜ਼ਮੀਨ ਤੇ ਡਿੱਗ ਪਈ। ਜਦੋਂ ਉਹ ਡਿੱਗੀ ਤਾਂ ਉਸੇ ਟਾਈਮ ਮਿੰਦੋ ਆ ਕੇ ਦੀਦੀ ਨੂੰ ਸੰਭਾਲਣ ਲੱਗੀ, ਪਰ ਜੀਜਾ ਜੀ ਨੇ ਉਸ ਨੂੰ ਮਨਾ ਕਰ ਦਿੱਤਾ ਅਤੇ ਉਸ ਨੂੰ ਇੱਥੋਂ ਚਲੇ ਜਾਣ ਲਈ ਕਿਹਾ। ਪੂਰੇ ਪਿੰਡ ਨੇ ਆ ਕੇ ਨਜ਼ਾਰਾ ਦੇਖਿਆ। ਇਹ ਦੇਖੋ ਮਿੰਦੋ ਤੇ ਉਸ ਦੀ ਮਾਂ ਦੀ ਹਿੰਮਤ, ਜਿਸ ਨੇ ਸਾਰੀ ਉਮਰ ਉਸ ਮਹਿਲ ਦਾ ਨੂਣ ਖਾਧਾ, ਹੁਣ ਉਹੀ ਉਸ ਦੀ ਧੀ ਦਾ ਵਿਆਹ ਉਸੇ ਹਵੇਲੀ ਵਿੱਚ ਹੋਣ ਤੇ ਰੋ ਰਹੀ ਹੈ। ਜੀਜੇ ਦੇ ਕਹਿਣ ਤੇ ਮਿੰਦੋ ਰੋਂਦੀ ਹੋਈ ਘਰੋਂ ਚਲੀ ਗਈ। ਉਸ ਦੀਆਂ ਅੱਖਾਂ ਵਿੱਚ ਹੰਝੂ ਸਨ, ਜਿਨ੍ਹਾਂ ਨੇ ਇੱਕ ਪਲ ਲਈ ਮੇਰਾ ਮਨ ਉਦਾਸ ਕਰ ਦਿੱਤਾ। ਪਰ ਫਿਰ ਅਗਲੇ ਹੀ ਪਲ ਮੈਂ ਆਪਣੀ ਭੈਣ ਦੀ ਤਰਸਯੋਗ ਹਾਲਤ ਬਾਰੇ ਸੋਚਿਆ। ਬਹੁਤ ਦੇਰ ਤੱਕ ਭੈਣ ਨੂੰ ਹੋਸ਼ ਨਹੀਂ ਆਇਆ। ਜਿਵੇਂ ਹੀ ਸੂਰਜ ਡੁੱਬ ਰਿਹਾ ਸੀ ਅਤੇ ਸ਼ਾਮ ਹੋਣ ਵਾਲੀ ਸੀ, ਦੀਦੀ ਦੀ ਅੱਖ ਖੁੱਲ ਗਈ ਅਤੇ ਉਸਨੇ ਪਹਿਲਾ ਸਵਾਲ ਪੁੱਛਿਆ ਕਿ ਮਿੰਦੋ ਕਿੱਥੇ ਹੈ। ਇਸ ਵਾਰ ਜਦੋਂ ਜੀਜੇ ਨੇ ਦੱਸਿਆ ਕਿ ਉਸਨੇ ਮਿੰਦੋ ਨੂੰ ਘਰੋਂ ਕੱਢ ਦਿੱਤਾ ਹੈ, ਜਿਸ ਤੇ ਭੈਣ ਨੇ ਜੀਜੇ ਵੱਲ ਸ਼ੱਕੀ ਨਜ਼ਰਾਂ ਨਾਲ ਦੇਖਿਆ ਅਤੇ ਫਿਰ ਰੋਣ ਲੱਗ ਪਈ ਅਤੇ ਲਗਾਤਾਰ ਇਹੀ ਗੱਲ ਕਹੀ ਜਾ ਰਹੀ ਸੀ, ਅਸੀਂ ਅਪਰਾਧ ਕੀਤਾ ਹੈ ਮਿੰਦੋ ਦੇ ਪਾਪਾ, ਅਸੀਂ ਕੁਝ ਨਹੀਂ ਕਰ ਸਕੇ, ਅਸੀਂ ਅਪਰਾਧ ਕੀਤਾ ਹੈ। ਅਪਰਾਧ ਹੀ ਨਹੀਂ ਬਲਕਿ ਅਸੀਂ ਤਾਂ ਬਹੁਤ ਵੱਡਾ ਪਾਪ ਕੀਤਾ ਹੈ। ਇਹੋ ਜਿਹੀਆਂ ਗੱਲਾਂ ਕਰਦੇ ਕਰਦੇ ਮੇਰੀ ਭੈਣ ਫਿਰ ਬੇਹੋਸ਼ ਹੋ ਗਈ ਅਤੇ ਮੇਰਾ ਮਨ ਅਟਕ ਗਿਆ ਕਿ ਮੇਰੀ ਭੈਣ ਨੂੰ ਕੀ ਹੋ ਗਿਆ ਹੈ ਕਿ ਉਹ ਇਸ ਤਰ੍ਹਾਂ ਰੋ ਰਹੀ ਹੈ। ਉਸ ਰਾਤ ਮੈਂ ਆਪਣੇ ਪਤੀ ਤੋਂ ਆਗਿਆ ਲੈ ਕੇ ਆਪਣੀ ਭੈਣ ਦੇ ਘਰ ਰੁਕ ਗਈ ਤਾਂ ਜੋ ਮੈਂ ਆਪਣੀ ਭੈਣ ਤੋਂ ਸਾਰੀ ਸੱਚਾਈ ਜਾਣ ਸਕਾਂ, ਕਿਉਂਕਿ ਮੇਰਾ ਮਨ ਕਹਿ ਰਿਹਾ ਸੀ ਕਿ ਮੇਰੀ ਭੈਣ ਜ਼ਰੂਰ ਕੁਝ ਨਾ ਕੁਝ ਛੁਪਾ ਰਹੀ ਹੈ। ਕਾਫੀ ਦੇਰ ਤੱਕ ਪਿੰਡ ਵਾਲੇ ਆ ਕੇ ਦੀਦੀ ਦਾ ਹਾਲ ਚਾਲ ਪੁੱਛਦੇ ਰਹੇ ਅਤੇ ਬਹੁਤ ਲੋਕ ਕਹਿੰਦੇ ਸਨ ਕਿ ਮੁੰਡੇ ਦਾ ਇੰਨਾ ਵੱਡਾ ਘਰ ਹੈ, ਤੈਨੂੰ ਤਾਂ ਖੁਸ਼ ਹੋਣਾ ਚਾਹੀਦਾ ਹੈ ਕਿ ਤੈਨੂੰ ਅਜਿਹਾ ਜਵਾਈ ਮਿਲਿਆ ਹੈ। ਸਾਰੀ ਦੁਨੀਆ ਇਸ ਜਵਾਈ ਵਰਗਾ ਜਵਾਈ ਲੱਭਦੀ ਹੈ, ਇੱਕ ਤੁਸੀਂ ਹੋ ਜਿਸ ਨੂੰ ਗੁੱਸਾ ਆ ਰਿਹਾ ਹੈ। ਲੋਕਾਂ ਦੀਆਂ ਅਜਿਹੀਆਂ ਗੱਲਾਂ ਸੁਣ ਕੇ ਦੀਦੀ ਫਿਰ ਰੋਣ ਲੱਗ ਪਈ। ਇਸ ਕਾਰਨ ਮੈਂ ਉਸ ਤੋਂ ਬਾਅਦ ਕਿਸੇ ਨੂੰ ਘਰ ਅੰਦਰ ਨਹੀਂ ਆਉਣ ਦਿੱਤਾ। ਜੋ ਵੀ ਆਉਂਦਾ ਮੈਂ ਇਹ ਕਹਿ ਦਿੰਦੀ ਕਿ ਭੈਣ ਸੁੱਤੀ ਪਈ ਹੈ ਅਤੇ ਮੈਂ ਦੀਦੀ ਕੋਲ ਬੈਠ ਕੇ ਆਪਣੇ ਬਚਪਨ ਅਤੇ ਮਾਂ-ਬਾਪ ਦੀਆਂ ਗੱਲਾਂ ਕਰਦੀ ਰਹਿੰਦੀ। ਅਸੀਂ ਦੋਵੇਂ ਭੈਣਾਂ ਦਿਨ ਭਰ ਬਹੁਤ ਗੱਲਾਂ ਕਰਦੀਆਂ ਰਹਿੰਦੀਆਂ। ਮੈਂ ਦੀਦੀ ਕੋਲ ਬੈਠ ਕੇ ਖਾਣਾ ਬਣਾਇਆ। ਜਦੋਂ ਰਾਤ ਹੋਈ ਤਾਂ ਭੈਣ ਸਾਰਿਆਂ ਤੋਂ ਪਹਿਲਾਂ ਲੇਟ ਗਈ ਅਤੇ ਮੈਂ ਉਸ ਨੂੰ ਸੁੱਤੀ ਹੋਈ ਨੂੰ ਦੇਖਦੀ ਰਹੀ। ਫਿਰ ਰਾਤ ਦਾ ਸਮਾਂ ਸੀ ਜਦੋਂ ਮੈਂ ਦੀਦੀ ਨੂੰ ਮੰਜੇ ਤੋਂ ਉੱਠਦਿਆਂ ਵੇਖਿਆ। ਮੈਂ ਵੀ ਅੱਖਾਂ ਬੰਦ ਕਰਕੇ ਪਈ ਰਹੀ। ਮੈਂ ਸਿਰਫ ਇਹ ਦੇਖਣਾ ਚਾਹੁੰਦੀ ਸੀ ਕਿ ਉਹ ਕੀ ਕਰ ਰਹੀ ਹੈ। ਜਦੋਂ ਭੈਣ ਨੂੰ ਯਕੀਨ ਹੋ ਗਿਆ ਕਿ ਮੈਂ ਸੋ ਰਹੀ ਹਾਂ ਤਾਂ ਉਹ ਕਮਰੇ ਵਿੱਚ ਇੱਕ ਡੱਬੇ ਕੋਲ ਬੈਠ ਗਈ ਅਤੇ ਆਪਣੇ ਪੱਲੂ ਨਾਲ ਬੰਨੀ ਚਾਬੀ ਨਾਲ ਉਸ ਨੂੰ ਖੋਲ੍ਹਣ ਲੱਗੀ। ਮੈਨੂੰ ਅਚਾਨਕ ਯਾਦ ਆਇਆ ਕਿ ਮੇਰੀ ਭੈਣ ਨੇ ਮੈਨੂੰ ਇਹ ਡੱਬਾ ਕਦੇ ਨਹੀਂ ਖੋਲ੍ਹਣ ਦਿੱਤਾ ਸੀ। ਮੈਂ ਹੁਣ ਉੱਠ ਕੇ ਬੈਠ ਗਈ, ਪਰ ਦੀਦੀ ਦਾ ਧਿਆਨ ਮੇਰੇ ਵੱਲ ਨਹੀਂ ਸੀ। ਉਹ ਦੂਜੇ ਪਾਸੇ ਤੋਂ ਡੱਬੇ ਵਿੱਚੋਂ ਕੁਝ ਚੀਜ਼ਾਂ ਕੱਢ ਰਹੀ ਸੀ। ਮੈਂ ਹਮੇਸ਼ਾ ਸੋਚਦੀ ਸੀ ਕਿ ਦੀਦੀ ਇਸ ਡੱਬੇ ਵਿੱਚ ਆਪਣੇ ਗਹਿਣੇ ਰੱਖਦੀ ਹੋਵੇਗੀ, ਇਸ ਕਰਕੇ ਉਹ ਇਸ ਨੂੰ ਨਹੀਂ ਖੋਲ੍ਹਦੀ। ਅਤੇ ਅੱਜ ਮੈਂ ਇਹ ਜਾਣਨ ਲਈ ਉਤਸੁਕ ਸੀ, ਇਸ ਲਈ ਮੈਂ ਚੁੱਪਚਾਪ ਸਭ ਕੁਝ ਦੇਖ ਰਹੀ ਸੀ। ਭੈਣ ਨੇ ਇੱਕ ਇੱਕ ਕਰਕੇ ਚੀਜ਼ਾਂ ਕੱਢਣੀਆਂ ਸ਼ੁਰੂ ਕਰ ਦਿੱਤੀਆਂ ਅਤੇ ਮੈਂ ਉਹਨਾਂ ਚੀਜ਼ਾਂ ਨੂੰ ਦੇਖ ਕੇ ਹੈਰਾਨ ਰਹਿ ਗਈ। ਸਭ ਤੋਂ ਪਹਿਲਾਂ ਤਾਂ ਕੁਝ ਕੱਪੜੇ ਸਨ ਜੋ ਬਹੁਤ ਛੋਟੇ ਬੱਚੇ ਦੇ ਸਨ। ਇਸ ਤੋਂ ਬਾਅਦ ਕੱਪੜਿਆਂ ਦਾ ਆਕਾਰ ਵੱਡਾ ਹੁੰਦਾ ਗਿਆ। ਇਹ ਸਾਰੇ ਕੱਪੜੇ ਕੁੜੀਆਂ ਦੇ ਸਨ। ਇਸ ਤੋਂ ਬਾਅਦ ਭੈਣ ਨੇ ਖਿਡੌਣੇ ਕੱਢਣੇ ਸ਼ੁਰੂ ਕਰ ਦਿੱਤੇ। ਕੋਈ ਪਲਾਸਟਿਕ ਦਾ ਸੀ ਤੇ ਕੋਈ ਮਿੱਟੀ ਦਾ। ਉਸ ਤੋਂ ਬਾਅਦ ਫੋਟੋਆਂ ਦੀ ਵਾਰੀ ਆਈ। ਇੱਕ ਇੱਕ ਕਰਕੇ ਬਹੁਤ ਸਾਰੀਆਂ ਤਸਵੀਰਾਂ ਸਨ। ਜਦੋਂ ਮੈਂ ਆਪਣੇ ਦਿਮਾਗ ਤੇ ਜ਼ੋਰ ਪਾਇਆ ਤਾਂ ਦੇਖਿਆ ਕਿ ਉਹਨਾਂ ਵਿੱਚੋਂ ਕੁਝ ਕੱਪੜੇ ਮਿੰਦੋ ਦੇ ਸਨ ਜੋ ਉਸਨੇ ਬਚਪਨ ਤੋਂ ਹੀ ਪਹਿਨੇ ਹੋਏ ਸਨ ਅਤੇ ਕੁਝ ਖਿਡੌਣੇ ਵੀ ਉਸਦੇ ਸਨ, ਪਰ ਮੈਂ ਬਾਕੀ ਦੇ ਕੱਪੜੇ ਤੇ ਖਿਡੌਣੇ ਮਿੰਦੋ ਕੋਲ ਕਦੇ ਨਹੀਂ ਦੇਖੇ ਸਨ। ਉਸ ਤੋਂ ਬਾਅਦ ਉਹ ਤਸਵੀਰਾਂ ਦੇਖਣ ਲੱਗ ਪਈ। ਉਹ ਤਸਵੀਰਾਂ ਮਿੰਦੋ ਦੀਆਂ ਸਨ, ਪਰ ਉਸ ਤੋਂ ਬਾਅਦ ਉਸ ਨੂੰ ਕਿਸੇ ਹੋਰ ਦੀ ਤਸਵੀਰ ਮਿਲ ਗਈ। ਮੈਂ ਇੰਨਾ ਦੂਰ ਨਹੀਂ ਬੈਠੀ ਸੀ ਕਿ ਮੈਂ ਉਸਦਾ ਚਿਹਰਾ ਨਾ ਦੇਖ ਸਕਾਂ, ਪਰ ਫਿਰ ਵੀ ਮੈਂ ਉਸ ਦੂਜੇ ਚਿਹਰੇ ਨੂੰ ਨਹੀਂ ਪਛਾਣ ਸਕੀ ਜੋ ਇੱਕ ਕੁੜੀ ਦਾ ਸੀ, ਪਰ ਉਸਦਾ ਚਿਹਰਾ ਮੇਰੀ ਭੈਣ ਅਤੇ ਜੀਜੇ ਨਾਲ ਮਿਲਦਾ ਜੁਲਦਾ ਸੀ। ਖਾਸ ਗੱਲ ਇਹ ਸੀ ਕਿ ਉਸਦਾ ਰੰਗ ਵੀ ਦੀਦੀ ਦੇ ਬਾਕੀ ਬੱਚਿਆਂ ਵਾਂਗ ਕਾਲਾ ਸੀ। ਦੀਦੀ ਨੇ ਆਪਣਾ ਦੁਪੱਟਾ ਜ਼ਮੀਨ ਤੇ ਰੱਖਿਆ ਅਤੇ ਉਸ ਤੇ ਇੱਕ ਇੱਕ ਕਰਕੇ ਸਾਰੀਆਂ ਚੀਜ਼ਾਂ ਰੱਖਣ ਲੱਗ ਪਈ। ਨਾਲ ਨਾਲ ਉਹ ਚੀਜ਼ਾਂ ਨੂੰ ਚੁੰਮਦੀ ਜਾਂਦੀ ਅਤੇ ਰੋਂਦੀ ਜਾਂਦੀ। ਫਿਰ ਉਸਨੇ ਸਾਰਾ ਸਮਾਨ ਇੱਕ ਗਠੜੀ ਵਿੱਚ ਬੰਨ੍ਹ ਲਿਆ ਅਤੇ ਉਸ ਦੇ ਉੱਠਣ ਤੋਂ ਪਹਿਲਾਂ ਮੈਂ ਤੁਰੰਤ ਲੇਟ ਗਈ। ਮੈਂ ਦੇਖਣਾ ਚਾਹੁੰਦੀ ਸੀ ਕਿ ਦੀਦੀ ਕਿੱਥੇ ਜਾਂਦੀ ਹੈ। ਉਹ ਗਠੜੀ ਚੁੱਕ ਕੇ ਵਿਹੜੇ ਵਿੱਚੋਂ ਲੰਘ ਗਈ। ਵਿਹੜੇ ਵਿੱਚ ਹਰ ਕੋਈ ਮੰਜੇ ਤੇ ਸੋ ਰਿਹਾ ਸੀ। ਵਿਹੜੇ ਤੋਂ ਬਾਹਰ ਜਾ ਕੇ ਦੀਦੀ ਨੇ ਉਸ ਗਠੜੀ ਨੂੰ ਜ਼ਮੀਨ ਤੇ ਰੱਖ ਦਿੱਤਾ ਅਤੇ ਮਿੱਟੀ ਦਾ ਤੇਲ ਪਾ ਦਿੱਤਾ। ਇਸ ਤੋਂ ਪਹਿਲਾਂ ਉਹ ਹਰ ਚੀਜ਼ ਨੂੰ ਅੱਗ ਲਾ ਦਿੰਦੀ, ਮੈਂ ਝੱਟ ਅੱਗੇ ਜਾ ਕੇ ਉਸ ਦਾ ਹੱਥ ਫੜ ਲਿਆ। ਮੈਨੂੰ ਦੇਖ ਕੇ ਦੀਦੀ ਭੜਕ ਗਈ। ਮੈਂ ਉਹ ਗਠੜੀ ਚੁੱਕੀ ਤੇ ਭੈਣ ਨੂੰ ਨਾਲ ਲੈ ਕੇ ਅੰਦਰ ਆ ਗਈ। ਉਸ ਨੂੰ ਮੰਜੇ ਤੇ ਬਿਠਾਇਆ ਅਤੇ ਪਾਣੀ ਦਾ ਗਿਲਾਸ ਉਸ ਦੇ ਹੱਥ ਵਿੱਚ ਫੜਾ ਦਿੱਤਾ। ਭੈਣ ਹੁਣ ਸਿਰ ਝੁਕਾ ਕੇ ਬੈਠੀ ਸੀ, ਜਿਵੇਂ ਉਸ ਦਾ ਕੋਈ ਰਾਜ਼ ਖੁੱਲ੍ਹ ਗਿਆ ਹੋਵੇ।
मैं उठ के एक बार फिर बाहर देखा कि कोई जाग रहा है या नहीं। ਜਦੋਂ ਮੈਨੂੰ ਤਸੱਲੀ ਹੋਈ ਕਿ ਸਾਰੇ ਸੁੱਤੇ ਪਏ ਹਨ, ਇਸ ਲਈ ਮੈਂ ਆਪਣੀ ਭੈਣ ਨੂੰ ਉਹ ਸਵਾਲ ਪੁੱਛਿਆ ਜੋ ਲੰਬੇ ਸਮੇਂ ਤੋਂ ਮੇਰੇ ਦਿਮਾਗ ਵਿੱਚ ਘੁੰਮ ਰਿਹਾ ਸੀ। ਮੈਂ ਉਸ ਨੂੰ ਕਿਹਾ ਕਿ ਤੁਸੀਂ ਮੈਨੂੰ ਕਈ ਦਿਨਾਂ ਤੋਂ ਅਜੀਬ ਲੱਗ ਰਹੇ ਹੋ, ਕਦੇ ਅਚਾਨਕ ਰੋਣਾ ਤੇ ਕਦੇ ਅਚਾਨਕ ਚੁੱਪ ਹੋ ਜਾਣਾ, ਅਤੇ ਤੁਹਾਡਾ ਉਹਨਾਂ ਸਾਰੀਆਂ ਚੀਜ਼ਾਂ ਨੂੰ ਪਹਿਲਾਂ ਦੇਖਣਾ, ਉਹਨਾਂ ਨੂੰ ਚੁੰਮਣਾ ਤੇ ਫਿਰ ਰੋਣਾ ਅਤੇ ਫਿਰ ਉਹਨਾਂ ਨੂੰ ਅੱਗ ਲਾਉਣ ਲਈ ਲੈ ਜਾਣਾ। ਮੈਨੂੰ ਇਹ ਸਭ ਠੀਕ ਨਹੀਂ ਲੱਗਿਆ। ਮੈਂ ਉਸ ਨੂੰ ਕਿਹਾ, ਤੁਸੀਂ ਜੋ ਵੀ ਕਰ ਰਹੇ ਹੋ ਉਹ ਮੈਨੂੰ ਸ਼ੱਕੀ ਲੱਗਦਾ ਹੈ। ਕੁਝ ਸਮਾਂ ਪਹਿਲਾਂ ਮਿੰਦੋ ਪ੍ਰਤੀ ਤੁਹਾਡਾ ਰਵੱਈਆ ਕੁਝ ਹੋਰ ਸੀ ਤੇ ਹੁਣ ਉਸ ਲਈ ਇੰਨਾ ਰੋਣਾ ਕਿਉਂ? ਭੈਣ ਕਿਉਂ? ਇਸ ਤੇ ਮੇਰੀ ਭੈਣ ਨੇ ਕਿਹਾ ਕਿ ਕੁਝ ਵੀ ਅਜਿਹਾ ਨਹੀਂ ਹੈ ਜਿਵੇਂ ਤੁਸੀਂ ਸੋਚ ਰਹੇ ਹੋ, ਇਹ ਮੇਰਾ ਪਾਗਲਪਨ ਹੈ। ਪਰ ਉਸ ਤੋਂ ਬਾਅਦ ਇਸ ਗੱਲ ਵਿੱਚ ਮੈਨੂੰ ਬਿਲਕੁਲ ਵੀ ਸੱਚਾਈ ਨਹੀਂ ਲੱਗੀ ਅਤੇ ਮੈਂ ਉਸ ਨੂੰ ਇੱਕ ਵਾਰ ਫਿਰ ਦੁਹਰਾਇਆ, ਪਰ ਉਸਨੇ ਫਿਰ ਇਨਕਾਰ ਕਰ ਦਿੱਤਾ। ਮੈਂ ਉਸ ਨੂੰ ਬਹੁਤ ਕੁਝ ਕਿਹਾ ਸੀ ਕਿ ਤੁਸੀਂ ਸ਼ਾਇਦ ਉਸ ਕੁੜੀ ਦੇ ਗੋਰੇ ਰੰਗ ਦੀ ਵਜ੍ਹਾ ਕਰਕੇ ਉਸ ਨੂੰ ਕੁਝ ਨਹੀਂ ਕਹਿੰਦੇ, ਜਦੋਂ ਕਿ ਬਾਕੀ ਕਾਲੇ ਬੱਚਿਆਂ ਨੂੰ ਉਹਨਾਂ ਦੀ ਮਾਮੂਲੀ ਜਿਹੀ ਗਲਤੀ ਤੇ ਵੀ ਸਜ਼ਾ ਦਿੰਦੇ ਹੋ। ਇਸ ਦਾ ਮਤਲਬ ਹੈ ਕਿ ਤੁਸੀਂ ਦੂਜੇ ਬੱਚਿਆਂ ਨੂੰ ਪਿਆਰ ਨਹੀਂ ਕਰਦੇ, ਜਾਂ ਸ਼ਾਇਦ ਤੁਸੀਂ ਆਪਣੀ ਧੀ ਦੀ ਸੁੰਦਰਤਾ ਤੋਂ ਇੰਨੇ ਮੋਹਿਤ ਹੋ, ਇਸੇ ਲਈ ਇਹ ਸਭ ਕਰ ਰਹੇ ਹੋ। ਇਸ ਇਲਜ਼ਾਮ ਕਾਰਨ ਉਸ ਦੀਆਂ ਅੱਖਾਂ ਨਮ ਹੋ ਗਈਆਂ ਤੇ ਫਿਰ ਉਸਨੇ ਉਹ ਸਾਰੀ ਸੱਚਾਈ ਮੇਰੇ ਸਾਹਮਣੇ ਰੱਖ ਦਿੱਤੀ ਅਤੇ ਮੈਨੂੰ ਉਹ ਰਾਜ਼ ਦੱਸ ਦਿੱਤਾ ਜੋ ਉਹ ਅੱਜ ਤੱਕ ਦੁਨੀਆ ਤੋਂ ਛੁਪਾ ਰਹੀ ਸੀ। ਉਸਨੇ ਬੋਲਣਾ ਸ਼ੁਰੂ ਕਰ ਦਿੱਤਾ ਅਤੇ ਉਸਦੇ ਬੋਲ ਸੁਣ ਕੇ ਮੇਰਾ ਤਾਂ ਮੂੰਹ ਖੁੱਲਾ ਦਾ ਖੁੱਲਾ ਹੀ ਰਹਿ ਗਿਆ। ਮੈਂ 18 ਸਾਲ ਪਹਿਲਾਂ ਗਰਭਵਤੀ ਸੀ ਅਤੇ ਉਹਨਾਂ ਦਿਨਾਂ ਵਿੱਚ ਅਸੀਂ ਵੱਡੀਆਂ ਹਵੇਲੀਆਂ ਵਿੱਚ ਕੰਮ ਕਰਦੇ ਸੀ। ਉਸ ਸਮੇਂ ਮਾਲਕਣ ਦੇ ਘਰ ਵੀ ਇੱਕ ਛੋਟਾ ਬੱਚਾ ਪੈਦਾ ਹੋਣ ਵਾਲਾ ਸੀ। ਪਹਿਲਾ ਪੁੱਤਰ 4 ਸਾਲ ਦਾ ਸੀ ਜਿਸ ਦਾ ਨਾਂ ਰਮਨ ਸੀ। ਮੈਨੂੰ ਯਾਦ ਹੈ ਇੱਕ ਵਾਰ ਰਮਨ ਨੇ ਮਾਲਕਣ ਨੂੰ ਕਿਹਾ ਸੀ ਕਿ ਉਹ ਇੱਕ ਭੈਣ ਚਾਹੁੰਦਾ ਹੈ। ਉਸ ਦਾ ਅੰਦਾਜ਼ ਇੰਨਾ ਪਿਆਰਾ ਸੀ ਕਿ ਮੈਨੂੰ ਉਸ ਬੱਚੇ ਨਾਲ ਪਿਆਰ ਹੋ ਗਿਆ ਸੀ। ਪਰ ਮਾਲਕਣ ਇਹ ਸੁਣ ਕੇ ਰੋਣ ਲੱਗ ਪਈ ਅਤੇ ਕਾਫੀ ਦੇਰ ਰੋਂਦੀ ਰਹੀ। ਮੈਂ ਸੋਚਣ ਲੱਗੀ ਕਿ ਵੱਡੇ ਲੋਕਾਂ ਨੂੰ ਵੀ ਆਪਣੇ ਬੱਚਿਆਂ ਦੇ ਨਸੀਬ ਤੋਂ ਡਰ ਲੱਗਦਾ ਹੈ, ਜਾਂ ਸ਼ਾਇਦ ਉਹ ਧੀ ਨਹੀਂ ਚਾਹੁੰਦੀ ਸੀ। ਕੁਝ ਦਿਨ ਇਸੇ ਤਰ੍ਹਾਂ ਲੰਘ ਗਏ ਅਤੇ ਫਿਰ ਇੱਕ ਰਾਤ ਮੈਨੂੰ ਦਰਦ ਹੋਇਆ ਅਤੇ ਉਸ ਰਾਤ ਮੈਂ ਇੱਕ ਬੱਚੀ ਨੂੰ ਜਨਮ ਦਿੱਤਾ। ਉਸੇ ਰਾਤ ਮਾਲਕਣ ਦੇ ਘਰ ਵੀ ਇੱਕ ਬੱਚੇ ਨੇ ਜਨਮ ਲਿਆ। ਹਰ ਪਾਸੇ ਵਧਾਈਆਂ ਦਾ ਸ਼ੋਰ ਸੀ, ਪਰ ਮੈਂ ਮਾਲਕ ਅਤੇ ਮਾਲਕਣ ਦੇ ਚਿਹਰਿਆਂ ਤੇ ਚਿੰਤਾ ਦੇ ਹਾਵ ਭਾਵ ਦੇਖ ਸਕਦੀ ਸੀ। ਪਰ ਮੈਨੂੰ ਸਮਝ ਨਹੀਂ ਆ ਰਹੀ ਸੀ ਕਿ ਇਹ ਸਭ ਕਿਉਂ। ਭਾਵੇਂ ਅਸੀਂ ਗਰੀਬ ਹਾਂ, ਪਰ ਫਿਰ ਵੀ ਅਸੀਂ ਧੀ ਦੇ ਜਨਮ ਤੇ ਖੁਸ਼ ਹੁੰਦੇ ਹਾਂ। ਪਰ ਇਹ ਲੋਕ ਬਹੁਤ ਅਮੀਰ ਹਨ ਅਤੇ ਇਹਨਾਂ ਦੇ ਪਹਿਲੀ ਧੀ ਹੋਈ ਹੈ, ਤਾਂ ਇਹ ਪਰੇਸ਼ਾਨ ਕਿਉਂ ਹਨ? ਮੈਂ ਮਨ ਹੀ ਮਨ ਆਪਣੀ ਮਾਲਕਣ ਨਾਲ ਗੱਲ ਕਰਨ ਦੇ ਇਰਾਦੇ ਨਾਲ ਸੋ ਗਈ। 2 ਦਿਨ ਇਸੇ ਤਰ੍ਹਾਂ ਲੰਘ ਗਏ ਸਨ। ਜਦੋਂ ਮਾਲਕਣ ਨੇ ਮੈਨੂੰ ਆਪਣੇ ਕਮਰੇ ਵਿੱਚ ਬੁਲਾਇਆ ਤਾਂ ਮੈਂ ਥੋੜਾ ਹੈਰਾਨ ਹੋਈ, ਪਰ ਮੈਂ ਆਪਣੀ ਧੀ ਨਾਲ ਮਾਲਕਣ ਦੇ ਪਿੱਛੇ ਉਸਦੇ ਕਮਰੇ ਵਿੱਚ ਚਲੀ ਗਈ। ਮੈਂ ਇੱਥੇ ਕਾਫੀ ਸਮੇਂ ਤੋਂ ਕੰਮ ਕਰ ਰਹੀ ਸੀ, ਪਰ ਕਦੇ ਮਾਲਕਣ ਦੇ ਕਮਰੇ ਵਿੱਚ ਨਹੀਂ ਗਈ ਸੀ। ਅੱਜ ਜਦੋਂ ਮੈਂ ਉੱਥੇ ਪੈਰ ਰੱਖਿਆ ਤਾਂ ਮੇਰੀਆਂ ਅੱਖਾਂ ਹੰਝੂਆਂ ਨਾਲ ਭਰ ਆਈਆਂ। ਅਜਿਹੀ ਸ਼ਾਨੋ ਸ਼ੌਕਤ ਅਤੇ ਐਸੋ ਆਰਾਮ ਤਾਂ ਰਾਜਿਆਂ ਮਹਾਰਾਜਿਆਂ ਦੇ ਘਰਾਂ ਵਿੱਚ ਹੀ ਹੁੰਦੀ ਹੈ। ਫਿਰ ਮੇਰੀ ਨਜ਼ਰ ਉਸ ਬਿਸਤਰ ਤੇ ਪਈ ਜਿੱਥੇ ਅਣਗਿਣਤ ਹੀਰੇ ਰਾਜ ਦੇ ਖਜ਼ਾਨੇ ਵਾਂਗ ਰੱਖੇ ਹੋਏ ਸਨ। ਜਦੋਂ ਮੈਂ ਇਸ ਨੂੰ ਦੇਖਿਆ ਤਾਂ ਮੈਂ ਹੈਰਾਨ ਰਹਿ ਗਈ ਅਤੇ ਦੂਰ ਖੜੀ ਹੋ ਗਈ ਕਿ ਕਿਤੇ ਮੇਰੇ ਤੇ ਇਸ ਵਿੱਚੋਂ ਕੁਝ ਚੋਰੀ ਹੋਣ ਦਾ ਦੋਸ਼ ਨਾ ਲੱਗ ਜਾਵੇ। ਪਰ ਮੇਰੀ ਨਜ਼ਰ ਅਜੇ ਵੀ ਉਸ ਸੋਨੇ ਦੇ ਢੇਰ ਤੇ ਸੀ ਜਿਸ ਦੀ ਰੋਸ਼ਨੀ ਨੇ ਮੇਰੀਆਂ ਅੱਖਾਂ ਨੂੰ ਚਮਕਾ ਦਿੱਤਾ। ਫਿਰ ਮਾਲਕਣ ਨੇ ਅੱਗੇ ਆ ਕੇ ਮੈਨੂੰ ਬੈਠਣ ਲਈ ਕਿਹਾ। ਮੈਂ ਉੱਥੇ ਜ਼ਮੀਨ ਤੇ ਬੈਠ ਗਈ, ਪਰ ਮਾਲਕਣ ਨੇ ਮੈਨੂੰ ਮੋਢਿਆਂ ਤੋਂ ਫੜ ਕੇ ਮੰਜੇ ਤੇ ਬਿਠਾਇਆ ਅਤੇ ਮੈਨੂੰ ਕਹਿਣ ਲੱਗੀ, ਤੁਸੀਂ ਮੈਨੂੰ ਆਪਣੀ ਧੀ ਦੇ ਦਿਓ, ਆਪਣੀ ਧੀ ਨੂੰ ਮੇਰੀ ਗੋਦੀ ਵਿੱਚ ਬਿਠਾਓ। ਮੈਂ ਪਰਮਾਤਮਾ ਦੀ ਸਹੁੰ ਖਾਂਦੀ ਹਾਂ, ਤੁਹਾਨੂੰ ਕਦੇ ਵੀ ਉਸ ਪਾਸੋਂ ਕੋਈ ਮੁਸ਼ਕਲ ਨਹੀਂ ਆਵੇਗੀ। ਇਹ ਸੁਣਦੇ ਸਾਰ ਹੀ ਮੇਰੇ ਕੰਨ ਖੜੇ ਹੋ ਗਏ ਅਤੇ ਮੇਰੀ ਨਜ਼ਰ ਮੇਰੀ ਗੋਦੀ ਵਿੱਚ ਬੈਠੀ ਆਪਣੀ ਧੀ ਤੇ ਪਈ ਜੋ ਉਸ ਸਮੇਂ ਆਪਣਾ ਅੰਗੂਠਾ ਚੁੱਗ ਰਹੀ ਸੀ। ਮੈਂ ਘਬਰਾ ਕੇ ਕਿਹਾ ਕਿ ਮਾਲਕਣ, ਤੁਹਾਡੇ ਕੋਲ ਵੀ ਆਪਣੀ ਇੱਕ ਧੀ ਹੈ, ਤਾਂ ਮੇਰੀ ਇਸ ਕਾਲੀ ਚਮੜੀ ਵਾਲੀ ਕੁੜੀ ਦੀ ਕੀ ਲੋੜ ਹੈ? ਇਹ ਸੁਣ ਕੇ ਮੇਰੀ ਮਾਲਕਣ ਰੋਣ ਲੱਗ ਪਈ, ਜਿਵੇਂ ਮੈਂ ਉਸ ਦੀਆਂ ਦੁੱਖ ਦੀਆਂ ਰਗਾਂ ਤੇ ਹੱਥ ਰੱਖ ਦਿੱਤਾ ਹੋਵੇ। ਰੋਂਦੇ ਹੋਏ ਉਸਨੇ ਕਿਹਾ ਕਿ ਅਮਨ, ਮਜਬੂਰੀਆਂ ਕਿਸੇ ਨੂੰ ਨਜ਼ਰ ਨਹੀਂ ਆਉਂਦੀਆਂ ਅਤੇ ਉਹਨਾਂ ਨੂੰ ਨਹੀਂ ਪਤਾ ਕਿ ਬੇਟੀਆਂ ਨੂੰ ਕਿਵੇਂ ਪਾਲਿਆ ਜਾਂਦਾ ਹੈ। ਉਸ ਦੀਆਂ ਗੱਲਾਂ ਸੁਣ ਕੇ ਮੈਂ ਮਾਲਕਣ ਦੀਆਂ ਅੱਖਾਂ ਵਿੱਚ ਡਰ ਦੇਖਿਆ ਅਤੇ ਮੇਰੀ ਉਤਸੁਕਤਾ ਹੋਰ ਵੱਧ ਗਈ। ਅਮਨ, ਮੇਰੀ ਧੀ ਮੈਥੋਂ ਲੈ ਕੇ ਆਪਣੀ ਧੀ ਮੈਨੂੰ ਦੇ ਦਿਓ, ਮਾਲਕਣ ਨੇ ਇੱਕ ਵਾਰ ਹੇਠਾਂ ਡਿੱਗ ਕੇ ਕਿਹਾ। ਹੁਣ ਇਸ ਤੋਂ ਪਹਿਲਾਂ ਕਿ ਮੈਂ ਕੁਝ ਬੋਲਦੀ, ਉਸਨੇ ਮੇਰੇ ਪੈਰ ਫੜ ਲਏ ਸਨ। ਇੰਨੇ ਵੱਡੇ ਮਹਿਲ ਦੀ ਮਾਲਕਣ ਨੂੰ ਮੇਰੇ ਪੈਰੀ ਪੈਂਦਾ ਡਿੱਗਦਾ ਦੇਖ ਕੇ ਮੈਂ ਹੈਰਾਨ ਰਹਿ ਗਈ। ਮੈਂ ਝੱਟ ਉਸ ਨੂੰ ਚੁੱਕ ਕੇ ਉੱਪਰ ਕਰ ਦਿੱਤਾ
ਪਰ ਮੈਂ ਉਹਨਾਂ ਨੂੰ ਦਿਲਾਸਾ ਕਿਵੇਂ ਦੇ ਸਕਦੀ ਸੀ। ਮੈਨੂੰ ਕੁਝ ਸਮਝ ਨਹੀਂ ਆ ਰਿਹਾ ਸੀ। ਉਹ ਕਹਿਣ ਲੱਗੀ, ਅਮਨ, ਮੈਂ ਤੇਰੀ ਧੀ ਦਾ ਵਿਆਹ ਅਜੇ ਸ਼ਾਹੀ ਪਰਿਵਾਰ ਵਿੱਚ ਕਰਾਂਗੀ ਕਿ ਤੇਰਾ ਸਾਰਾ ਪਰਿਵਾਰ ਖੁਸ਼ ਹੋ ਜਾਵੇਗਾ। ਮੈਂ ਤੇਰੇ ਸਾਰੇ ਮੁੰਡਿਆਂ ਨੂੰ ਵਿਦੇਸ਼ ਭੇਜ ਦਿਆਂਗੀ। ਤੁਸੀਂ ਇਹ ਸਾਰੇ ਗਹਿਣੇ ਵੀ ਰੱਖ ਲਓ। ਬਸ ਤੇਰੀ ਧੀ ਦੀ ਥਾਂ ਮੇਰੀ ਧੀ ਬਦਲ ਦਿਓ। ਮੇਰੀ ਮਾਲਕਣ ਦਾ ਮਨ ਇਸ ਗੱਲ ਤੋਂ ਫਿਰ ਟੁੱਟ ਗਿਆ ਸੀ। ਮੈਂ ਇੱਕ ਵਾਰ ਫਿਰ ਮਾਲਕਣ ਨੂੰ ਕਿਹਾ ਕਿ ਮੇਰੀ ਧੀ ਨੂੰ ਮੈਂ ਬਿਨਾਂ ਵਜ੍ਹਾ ਕਿਵੇਂ ਬਦਲ ਦੇਵਾਂ ਅਤੇ ਮੇਰਾ ਪਤੀ ਇਹ ਕਿਵੇਂ ਸਵੀਕਾਰ ਕਰੇਗਾ। ਮੇਰੀ ਮਜਬੂਰੀ ਸੁਣ ਕੇ ਉਸਨੇ ਮੈਨੂੰ ਆਪਣਾ ਦੁੱਖ ਦੱਸਣਾ ਸ਼ੁਰੂ ਕਰ ਦਿੱਤਾ ਕਿ ਮੇਰੀ ਇਹ ਛੋਟੀ ਕੁੜੀ ਅਪਰਾਧ ਦਾ ਸ਼ਿਕਾਰ ਹੋਣ ਜਾ ਰਹੀ ਹੈ। ਇੱਕ ਰਾਤ ਮੈਂ ਅਤੇ ਮਾਲਕ ਇੱਕ ਵਿਆਹ ਤੋਂ ਵਾਪਸ ਆ ਰਹੇ ਸੀ। ਮੌਸਮ ਬਹੁਤ ਖਰਾਬ ਸੀ। ਤੇਜ਼ ਮੀਂਹ ਪੈ ਰਿਹਾ ਸੀ, ਜਿਸ ਕਾਰਨ ਸਾਰਾ ਰਸਤਾ ਧੁੰਦ ਦੀ ਚਾਦਰ ਵਿੱਚ ਢੱਕਿਆ ਹੋਇਆ ਸੀ। ਕਾਰ ਦੀਆਂ ਹੈਡਲਾਈਟਾਂ ਚਾਲੂ ਹੋਣ ਦੇ ਬਾਵਜੂਦ ਸਾਹਮਣੇ ਵਾਲਾ ਹਿੱਸਾ ਸਾਫ਼ ਦਿਖਾਈ ਨਹੀਂ ਦੇ ਰਿਹਾ ਸੀ। ਉਸ ਹਨੇਰੇ ਵਿੱਚ ਪਤਾ ਨਹੀਂ ਕਿਵੇਂ ਇੱਕ ਕੁੜੀ ਸਾਡੀ ਕਾਰ ਦੇ ਅੱਗੇ ਆ ਗਈ। ਉਹ ਇਸ ਪਿੰਡ ਦੇ ਇੱਕ ਠਾਕਰ ਦੀ ਧੀ ਸੀ। ਪਤਾ ਨਹੀਂ ਉਹ ਇੰਨੀ ਦੇਰ ਰਾਤ ਨੂੰ ਇੱਥੇ ਕਿਉਂ ਆਈ ਸੀ। ਉਹ ਕੁੜੀ ਇੰਨੀ ਸੋਹਣੀ ਸੀ, ਲੱਗਦਾ ਸੀ ਜਿਵੇਂ ਕੋਈ ਅਪਸਰਾ ਹੋਵੇ। ਠਾਕਰ ਨੇ ਸਾਨੂੰ ਪੰਚਾਇਤ ਦੇ ਸਾਹਮਣੇ ਪੇਸ਼ ਕੀਤਾ। ਉਹ ਆਪਣੀ ਧੀ ਦੇ ਕਤਲ ਨੂੰ ਮੁਆਫ ਕਰਨ ਲਈ ਤਿਆਰ ਨਹੀਂ ਸੀ, ਪਰ ਅਸੀਂ ਅਜਿਹਾ ਜਾਣਬੁੱਝ ਕੇ ਨਹੀਂ ਕੀਤਾ ਸੀ। ਇਸ ਲਈ ਪੰਚਾਇਤ ਨੇ ਫਾਂਸੀ ਦੀ ਬਜਾਏ ਅਨੋਖੀ ਸਜ਼ਾ ਦਿੱਤੀ। ਇਹ ਸਜ਼ਾ ਇਹ ਸੀ ਕਿ ਜਦੋਂ ਸਾਡੀਆਂ ਸਾਰੀਆਂ ਧੀਆਂ ਦੀ ਉਮਰ 18 ਸਾਲ ਤੋਂ ਉੱਪਰ ਹੋ ਜਾਵੇਗੀ, ਤਦ ਉਹਨਾਂ ਵਿੱਚੋਂ ਜੋ ਵੀ ਸਭ ਤੋਂ ਖੂਬਸੂਰਤ ਧੀ ਹੋਵੇਗੀ, ਅਪਰਾਧ ਦੀ ਸਜ਼ਾ ਵਜੋਂ ਉਹ ਕੁੜੀ ਠਾਕਰ ਪਰਿਵਾਰ ਨੂੰ ਦਿੱਤੀ ਜਾਵੇਗੀ। ਉਹ ਇਸ ਕੁੜੀ ਦਾ ਵਿਆਹ ਆਪਣੇ ਕਿਸੇ ਮੁੰਡੇ ਨਾਲ ਕਰਵਾ ਕੇ ਲੈ ਜਾਣਗੇ। ਭਵਿੱਖ ਵਿੱਚ ਉਹ ਜੋ ਵੀ ਕਰਨਗੇ ਉਹ ਉਹਨਾਂ ਦੀ ਮਰਜ਼ੀ ਹੋਵੇਗੀ, ਪਰ ਧੀ ਤਾਂ ਸੋਹਣੀ ਹੋਣੀ ਚਾਹੀਦੀ ਹੈ। ਉਹ ਇੱਕ ਬਦਸੂਰਤ ਕੁੜੀ ਜਾਂ ਪੈਸੇ ਨੂੰ ਸਵੀਕਾਰ ਨਹੀਂ ਕਰਨਗੇ। ਅਤੇ ਸਾਡੀ ਸਿਰਫ ਇੱਕ ਧੀ ਹੈ ਜੋ ਪਹਿਲਾਂ ਹੀ ਬਹੁਤ ਸੁੰਦਰ ਹੈ। ਤੁਸੀਂ ਇਸ ਨੂੰ ਦੇਖਿਆ ਹੀ ਹੈ। ਇਹ ਕਹਿ ਕੇ ਉਸਨੇ ਆਪਣੀ ਧੀ ਨੂੰ ਮੇਰੇ ਸਾਹਮਣੇ ਕਰ ਦਿੱਤਾ। ਉਹ ਚੰਨ ਦੇ ਟੁਕੜੇ ਵਰਗੀ ਲੱਗ ਰਹੀ ਸੀ। ਇਸ ਦਾ ਮਤਲਬ ਇਹ ਸੀ ਕਿ ਉਸਨੇ ਠਾਕਰ ਦੇ ਘਰ ਜਾਣਾ ਸੀ। ਮੈਂ ਆਪਣੀ ਧੀ ਵੱਲ ਦੇਖਿਆ। ਮੈਨੂੰ ਝਟ ਸਮਝ ਆ ਗਈ ਕਿ ਮੇਰੀ ਮਾਲਕਣ ਮੇਰੀ ਧੀ ਨੂੰ ਕਿਉਂ ਮੰਗ ਰਹੀ ਹੈ। ਮੇਰੀ ਧੀ ਦਾ ਰੰਗ ਵੀ ਬਾਕੀਆਂ ਵਾਂਗ ਕਾਲਾ ਸੀ। ਦੂਜਾ, ਉਸਦਾ ਚਿਹਰਾ ਵੀ ਬਹੁਤ ਸਧਾਰਨ ਸੀ। ਮੇਰੇ ਸਾਹਮਣੇ ਉਹ ਸਾਰੀਆਂ ਐਸੋ ਆਰਾਮ ਦੀਆਂ ਚੀਜ਼ਾਂ ਸਨ ਜੋ ਮਾਲਕਣ ਨੇ ਮੈਨੂੰ ਦੇਣ ਦਾ ਵਾਅਦਾ ਕੀਤਾ ਸੀ। ਮੇਰੇ ਪੁੱਤਰਾਂ ਦਾ ਭਵਿੱਖ ਅਤੇ ਮੇਰੀ ਧੀ ਦੀ ਜ਼ਿੰਦਗੀ ਮੇਰੀਆਂ ਅੱਖਾਂ ਸਾਹਮਣੇ ਚਮਕ ਰਹੀ ਸੀ। ਮੈਂ ਮੇਰੀ ਧੀ ਨੂੰ ਬਦਲਣ ਲਈ ਰਾਜ਼ੀ ਹੋ ਗਈ। ਮਾਲਕਣ ਵੀ ਪੂਰੀ ਤਰ੍ਹਾਂ ਖੁਸ਼ ਹੋ ਗਈ। ਮਾਲਕਣ ਨੇ ਮੇਰੀ ਝੋਲੀ ਵਿੱਚ ਬਹੁਤ ਸਾਰੇ ਗਹਿਣੇ ਪਾ ਦਿੱਤੇ ਅਤੇ ਉਸਨੇ ਆਪਣੀ ਧੀ ਨੂੰ ਵੀ ਮੇਰੀ ਝੋਲੀ ਵਿੱਚ ਪਾ ਦਿੱਤਾ ਅਤੇ ਉਸਨੇ ਮੇਰੇ ਤੋਂ ਫੜ ਕੇ ਕੁੜੀ ਨੂੰ ਚੁੰਮਿਆ। ਪਰ ਉਹ ਕੁੜੀ ਇੰਨੀ ਨਾਜ਼ੁਕ ਗੁੱਡੀ ਵਰਗੀ ਸੀ ਕਿ ਮੈਂ ਉਸ ਨੂੰ ਦੇਖ ਕੇ ਚੁੰਮ ਵੀ ਨਹੀਂ ਸਕੀ। ਮਾਲਕਣ ਨੇ ਮੈਨੂੰ ਕਿਹਾ ਕਿ ਇਸ ਕੁੜੀ ਨੂੰ ਨਾਲ ਲੈ ਕੇ ਆਇਆ ਕਰੋ ਅਤੇ ਇਸ ਤਰ੍ਹਾਂ ਉਹ ਆਪਣੀ ਧੀ ਨੂੰ ਵੀ ਦੇਖ ਲਿਆ ਕਰੇਗੀ। ਪਰ ਅਸੀਂ ਕੁੜੀਆਂ ਨੂੰ ਕਦੇ ਨਹੀਂ ਦੱਸਾਂਗੇ ਕਿ ਉਹ ਕੌਣ ਹੈ। ਜਦੋਂ ਦੋਵੇਂ ਕੁੜੀਆਂ ਵੱਡੀਆਂ ਹੋ ਜਾਣਗੀਆਂ ਅਤੇ ਉਹਨਾਂ ਦੇ ਵਿਆਹ ਹੋ ਜਾਣਗੇ, ਫਿਰ ਅਸੀਂ ਉਹਨਾਂ ਨੂੰ ਸੱਚ ਦੱਸਾਂਗੇ। ਮਾਲਕਣ ਦੀਆਂ ਇਹਨਾਂ ਗੱਲਾਂ ਕਰਕੇ ਮੈਨੂੰ ਕਿਸ ਤਰ੍ਹਾਂ ਦੀ ਪਰੇਸ਼ਾਨੀ ਹੋ ਸਕਦੀ ਹੈ। ਮੈਂ ਵੀ ਝੱਟ ਹਾਂ ਕਹਿ ਦਿੱਤੀ ਅਤੇ ਕਿਸੇ ਤਰ੍ਹਾਂ ਆਪਣੇ ਪਤੀ ਨੂੰ ਮਨਾ ਲਿਆ ਅਤੇ ਇਸ ਤਰ੍ਹਾਂ ਸਾਡੇ ਗਰੀਬ ਘਰ ਵਿੱਚ ਇੱਕ ਰਾਜਕੁਮਾਰੀ ਦਾ ਪਾਲਣ ਪੋਸ਼ਣ ਹੋ ਰਿਹਾ ਸੀ ਅਤੇ ਸਾਡੀ ਧੀ ਉੱਥੇ ਮਹਿਲਾਂ ਵਿੱਚ ਜੀਵਨ ਬਤੀਤ ਕਰ ਰਹੀ ਸੀ। ਮੈਂ ਅਕਸਰ ਉੱਥੇ ਉਸ ਨੂੰ ਦੇਖਦੀ ਅਤੇ ਕਦੇ-ਕਦਾਈ ਉਸ ਦੀਆਂ ਫੋਟੋਆਂ ਅਤੇ ਛੋਟੇ-ਛੋਟੇ ਕੱਪੜੇ ਛੁਪਾ ਕੇ ਲਿਆਉਂਦੀ। ਉਸ ਨੂੰ ਦੇਖ ਕੇ ਲੱਗਦਾ ਸੀ ਕਿ ਉਹ ਮੇਰੀ ਧੀ ਹੈ। ਜਿਵੇਂ ਤੈਅ ਹੋਇਆ ਸੀ, ਮੈਂ ਮਿੰਦੋ ਨੂੰ ਵੀ ਮਹਿਲ ਲੈ ਕੇ ਜਾਂਦੀ ਸੀ। ਉਹ ਉੱਥੇ ਜਾ ਕੇ ਰਮਨ ਨਾਲ ਖੇਡਦੀ ਤੇ ਮੈਂ ਵੀ ਉਸ ਨੂੰ ਖੇਡਣ ਦਿੰਦੀ, ਕਿਉਂਕਿ ਮੈਂ ਸੋਚਿਆ ਸੀ ਕਿ ਉਹਨਾਂ ਵਿਚਕਾਰ ਨੇੜਤਾ ਹੋਵੇਗੀ। ਇਸ ਤਰ੍ਹਾਂ ਕਈ ਦਿਨ ਲੰਘੇ ਤੇ ਸਾਡੀਆਂ ਕੁੜੀਆਂ ਵੱਡੀਆਂ ਹੋ ਗਈਆਂ। ਮਿੰਦੋ ਅਤੇ ਰਵੀਨਾ ਦੋਵੇਂ 18 ਸਾਲ ਦੀਆਂ ਹੋ ਗਈਆਂ। ਠਾਕਰ ਨੇ ਜੋ ਸਜ਼ਾ ਤੈਅ ਕੀਤੀ ਸੀ ਉਸ ਬਾਰੇ ਮੰਗ ਕੀਤੀ ਅਤੇ ਉਹ ਰਵੀਨਾ ਨੂੰ ਦੇਖਣ ਲਈ ਉੱਥੇ ਆ ਗਏ। ਫਿਰ ਮਾਲਕਣ ਨੇ ਜੋ ਕਿਹਾ ਸੀ ਉਹ ਹੀ ਹੋਇਆ। ਉਹ ਰਵੀਨਾ ਨੂੰ ਨਾਲ ਲੈ ਕੇ ਨਹੀਂ ਗਏ। ਬਦਲੇ ਵਿੱਚ ਉਹ ਇੱਕ ਸੁੰਦਰ ਕੁੜੀ ਚਾਹੁੰਦੇ ਸੀ। ਨਾ ਕਾਲੀ ਕੁੜੀ, ਨਾ ਕੋਈ ਪੈਸਾ ਲੈ ਕੇ ਗਏ। ਮੈਂ ਵੀ ਇਸ ਗੱਲ ਤੋਂ ਹੈਰਾਨ ਸੀ, ਪਰ ਸਾਨੂੰ ਸਾਰਿਆਂ ਨੂੰ 3 ਦਿਨਾਂ ਬਾਅਦ ਜਵਾਬ ਮਿਲਿਆ। ਜਦੋਂ ਰਵੀਨਾ ਨੂੰ ਉਸਦੇ ਕਮਰੇ ਵਿੱਚ ਮ੍ਰਿਤਕ ਪਾਇਆ ਗਿਆ ਤਾਂ ਉਹਨਾਂ ਨੇ ਖੂਨ ਦਾ ਬਦਲਾ ਲੈ ਲਿਆ ਸੀ। ਜੇ ਧੀ ਬਦਸੂਰਤ ਸੀ ਤਾਂ ਕੀ ਹੋਇਆ, ਧੀ ਤਾਂ ਧੀ ਸੀ। ਮਾਲਕਣ ਵੀ ਉਸ ਦਿਨ ਬਹੁਤ ਰੋਈ। ਆਖਰਕਾਰ ਉਸਨੇ ਹੀ ਤਾਂ ਰਵੀਨਾ ਨੂੰ ਪਾਲਿਆ ਸੀ। ਮੈਂ ਵੀ ਆਪਣੇ ਦੁੱਖ ਵਿੱਚ ਰੋ ਰਹੀ ਸੀ ਕਿ ਮੈਂ ਆਪਣੀ ਧੀ ਨੂੰ ਕਦੇ ਚੰਗੀ ਤਰ੍ਹਾਂ ਜੱਫੀ ਵੀ ਨਹੀਂ ਪਾ ਸਕੀ। ਕੁਝ ਦਿਨ ਹੋਰ ਬੀਤ ਗਏ ਅਤੇ ਇੱਕ ਹੋਰ ਭੁਚਾਲ ਆਇਆ। ਮਿੰਦੋ ਨੇ ਮੈਨੂੰ ਅਤੇ ਰਾਜੇਸ਼ ਨੂੰ ਰਮਨ ਨਾਲ ਵਿਆਹ ਕਰਨ ਬਾਰੇ ਕਿਹਾ ਸੀ। ਅਸੀਂ ਦੋਵਾਂ ਨੇ ਤੁਰੰਤ ਉਸ ਨੂੰ ਇਨਕਾਰ ਕਰ ਦਿੱਤਾ। ਆਖਰ ਅਸੀਂ ਦੋਵੇਂ ਉਸ ਦਾ ਵਿਆਹ ਉਸਦੇ ਅਸਲੀ ਭਰਾ ਨਾਲ ਕਿਵੇਂ ਕਰਵਾ ਸਕਦੇ ਸੀ। ਇਹ ਬਹੁਤ ਵੱਡਾ ਪਾਪ ਸੀ ਜੋ ਮਿੰਦੋ ਸਾਨੂੰ ਕਰਨ ਲਈ ਕਹਿ ਰਹੀ ਸੀ। ਅਸੀਂ ਦੋਵੇਂ ਬਹੁਤ ਚਿੰਤਤ ਸੀ ਕਿ
ਇਸ ਸਮੱਸਿਆ ਤੋਂ ਕਿਵੇਂ ਛੁਟਕਾਰਾ ਪਾਇਆ ਜਾਵੇ। ਅਸੀਂ ਅਜੇ ਇਹ ਸੋਚ ਹੀ ਰਹੇ ਸੀ ਕਿ ਮਿੰਦੋ ਘਰੋਂ ਭੱਜ ਗਈ। ਸਾਡੀਆਂ ਸਾਰੀਆਂ ਕੋਸ਼ਿਸ਼ਾਂ ਬੇਕਾਰ ਗਈਆਂ। ਇਸ ਬੱਚੀ ਦੀ ਜਾਨ ਬਚਾਉਣ ਲਈ ਅਸੀਂ ਆਪਣੀ ਧੀ ਗਵਾ ਲਈ ਅਤੇ ਹੁਣ ਇਹ ਵੀ ਸਾਡਾ ਮੂੰਹ ਕਾਲਾ ਕਰਾ ਰਹੀ ਹੈ। ਅੱਜ ਜਦੋਂ ਉਹ ਆਪਣੇ ਪਤੀ ਨਾਲ ਆਈ ਹੈ ਤਾਂ ਮੈਂ ਕਿਵੇਂ ਦੇਖ ਸਕਦੀ ਸੀ ਕਿ ਉਹ ਆਪਣੇ ਭਰਾ ਦੀ ਪਤਨੀ ਹੈ। ਭੈਣ ਨੇ ਮੈਨੂੰ ਸਭ ਕੁਝ ਦੱਸ ਦਿੱਤਾ ਸੀ ਅਤੇ ਹੁਣ ਉਹ ਫੁੱਟ-ਫੁੱਟ ਕੇ ਰੋਣ ਲੱਗ ਪਈ। ਮੈਂ ਹੈਰਾਨੀ ਨਾਲ ਸਭ ਕੁਝ ਸੁਣ ਰਹੀ ਸੀ। ਭੈਣ ਦੇ ਦੁੱਖ ਦਰਦ ਬਾਰੇ ਸੋਚ ਕੇ ਮੇਰੀਆਂ ਅੱਖਾਂ ਵਿੱਚੋਂ ਹੰਝੂ ਆਉਣ ਲੱਗੇ ਅਤੇ ਮੈਂ ਭੈਣ ਨੂੰ ਜੱਫੀ ਪਾ ਲਈ। ਅਗਲੀ ਸਵੇਰ ਭੈਣ ਤੇ ਜੀਜਾ ਮਾਲਕਿਨ ਦੇ ਘਰ ਜਾਣ ਲਈ ਤਿਆਰ ਹੋ ਗਏ। ਹੁਣ ਦੋਵਾਂ ਨੇ ਫੈਸਲਾ ਕਰ ਲਿਆ ਸੀ ਕਿ ਉਹ ਹੁਣ ਕੁਝ ਨਹੀਂ ਛੁਪਾਉਣਗੇ ਅਤੇ ਮਿੰਦੋ ਨੂੰ ਸਾਰੀ ਸੱਚਾਈ ਦੱਸਣਗੇ। ਅੱਜ ਮੈਂ ਵੀ ਉਸ ਦੇ ਨਾਲ ਸੀ। ਜਦੋਂ ਅਸੀਂ ਮਹਿਲ ਪਹੁੰਚੇ ਤਾਂ ਮਾਲਕਿਨ ਨੂੰ ਦੇਖਿਆ ਜੋ ਮਾਲਕ ਨੂੰ ਚਾਹ ਦੇ ਰਹੀ ਸੀ। ਅੱਜ ਦੀਦੀ ਦਾ ਸਿਰ ਝੁਕਿਆ ਨਹੀਂ ਸੀ। ਉਹ ਦੋਵਾਂ ਦੇ ਸਾਹਮਣੇ ਕੁਰਸੀ ਤੇ ਬੈਠੀ ਸੀ ਅਤੇ ਮਾਲਕਣ ਨੂੰ ਕਿਹਾ ਉਸਨੇ ਆਪਣੀ ਧੀ ਨੂੰ ਬਚਾ ਲਿਆ ਹੈ, ਪਰ ਉਸਨੇ ਇੱਕ ਵੱਡਾ ਪਾਪ ਕੀਤਾ ਹੈ। ਇਹ ਸੁਣ ਕੇ ਮਾਲਕਿਨ ਨੇ ਹੈਰਾਨ ਹੋ ਕੇ ਭੈਣ ਵੱਲ ਦੇਖਿਆ ਤੇ ਪੁੱਛਿਆ, ਇਹ ਕੀ ਕਹਿ ਰਹੀ ਹੈ ਅਮਨ? ਤੁਸੀਂ ਅਜਿਹਾ ਕਿਉਂ ਕਹਿ ਰਹੇ ਹੋ? ਫਿਰ ਮੇਰੀ ਭੈਣ ਨੇ ਉਹਨਾਂ ਨੂੰ ਦੱਸਿਆ ਕਿ ਮਿੰਦੋ ਨੇ ਭੱਜ ਕੇ ਰਮਨ ਨਾਲ ਵਿਆਹ ਕਰਵਾ ਲਿਆ ਹੈ। ਆਖਰਕਾਰ ਅਸਲੀ ਭੈਣ ਭਰਾ ਵਿਆਹ ਕਿਵੇਂ ਕਰ ਸਕਦੇ ਹਨ? ਇਹ ਕਹਿ ਕੇ ਦੀਦੀ ਦੀਆਂ ਅੱਖਾਂ ਵਿੱਚ ਹੰਝੂ ਆ ਗਏ। ਇਹ ਸੁਣ ਕੇ ਮਾਲਕਣ ਨੇ ਆਵਾਜ਼ ਮਾਰੀ ਕਿ ਮਿੰਦੋ ਤੇ ਰਮਨ ਬਾਹਰ ਆ ਅਤੇ ਫਿਰ ਮਾਲਕਣ ਨੇ ਦੱਸਣਾ ਸ਼ੁਰੂ ਕਰ ਦਿੱਤਾ ਅਤੇ ਇੱਕ ਹੋਰ ਅਸਲੀਅਤ ਦਾ ਰਾਜ਼ ਖੋਲ੍ਹ ਦਿੱਤਾ। ਰਮਨ ਸਾਡਾ ਪੁੱਤਰ ਨਹੀਂ ਹੈ। ਰਮਨ ਮੇਰੇ ਪਤੀ ਦੇ ਦੋਸਤ ਦਾ ਪੁੱਤਰ ਹੈ। ਉਸਦੀ ਅਤੇ ਉਸਦੀ ਪਤਨੀ ਦੇ ਇੱਕ ਕਾਰ ਹਾਦਸੇ ਵਿੱਚ ਮੌਤ ਹੋ ਗਈ। ਫਿਰ ਮੈਂ ਅਤੇ ਰਮੇਸ਼ ਨੇ ਰਮਨ ਨੂੰ ਪਾਲਿਆ। ਉਹ ਸਾਡਾ ਅਸਲੀ ਪੁੱਤਰ ਨਹੀਂ ਹੈ ਅਤੇ ਅਸੀਂ ਉਸਦੇ ਵਿਆਹ ਬਾਰੇ ਵੀ ਜਾਣਦੇ ਹਾਂ। ਉਸ ਰਾਤ ਜਦੋਂ ਮਾਲਕਿਨ ਨੇ ਇਸ ਰਾਜ਼ ਨੂੰ ਖੋਲ੍ਹਿਆ ਤਾਂ ਮੇਰੀ ਭੈਣ ਦਾ ਰੰਗ ਪੀਲਾ ਪੈ ਗਿਆ ਸੀ। ਜਿਵੇਂ ਬਾਕੀ ਸੱਚ ਵੀ ਉਹਨਾਂ ਨੂੰ ਨਹੀਂ ਦੱਸਿਆ ਗਿਆ ਸੀ, ਇਸੇ ਤਰ੍ਹਾਂ ਇਹ ਸੱਚ ਵੀ ਉਹਨਾਂ ਨੂੰ ਨਹੀਂ ਦੱਸਿਆ ਗਿਆ ਸੀ। ਇਹਨਾਂ ਗਰੀਬ ਲੋਕਾਂ ਨੂੰ ਆਪਣੀ ਜ਼ਿੰਦਗੀ ਵਿੱਚ ਹਰ ਤਰ੍ਹਾਂ ਦੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਅੱਜ ਫਿਰ ਮਾਲਕਣ ਨੇ ਮੇਰੀ ਭੈਣ ਦੇ ਪੈਰ ਛੂਹ ਲਏ ਸਨ, ਪਰ ਅੱਜ ਮੇਰੀ ਭੈਣ ਉੱਥੋਂ ਵਾਪਸ ਆ ਗਈ ਸੀ ਤੇ ਰਸਤੇ ਵਿੱਚ ਮੈਂ ਸੋਚ ਰਹੀ ਸੀ ਕਿ ਕੀ ਸਾਰੀਆਂ ਕੁਰਬਾਨੀਆਂ ਗਰੀਬਾਂ ਨੂੰ ਹੀ ਦੇਣੀਆਂ ਪੈਂਦੀਆਂ ਹਨ? ਦੋਸਤੋ, ਇਸ ਬਾਰੇ ਆਪਣੇ ਕੀਮਤੀ ਵਿਚਾਰ ਕਮੈਂਟ ਜ਼ਰੂਰ ਕਰਨਾ।